ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਦੋਸਤੋ, ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਤੁਹਾਨੂੰ ਦੱਸਿਆ ਸੀ ਕਿ ਆਖਰ ਕਿਵੇਂ ਦੀਮਕ ਦੇ ਢਿੱਡੋਂ ਅਰਬਾਂ ਦਾ ਘੁਟਾਲਾ ਨਿਕਲਿਆ ਹੈ ਤੇ ਉਹ ਘੁਟਾਲਾ ਹੋਇਆ ਸੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ। ਉਸ ਰਿਪੋਰਟ ਦੇ ਵਿੱਚ ਸਾਡੇ ਨਾਲ ਪੰਜਾਬ ਅਗੇਂਸਟ ਕਰਪਸ਼ਨ ਦੇ ਕਾਰਕੁਨ ਤੇ ਸਮਾਜ ਸੇਵੀ ਸਤਨਾਮ ਸਿੰਘ ਦਾਊ ਜੀ ਸੀ, ਜਿਨ੍ਹਾਂ ਨੇ ਸਿੱਧੇ ਤੌਰ ਤੇ 3 IAS ਅਧਿਕਾਰੀਆਂ ਦੇ ਨਾਮ ਵੀ ਉਸ ਰਿਪੋਰਟ ਦੇ ਵਿੱਚ ਲਏ ਸਨ। ਉਹਦਾ ਸੀ ਪਹਿਲੀ ਰਿਪੋਰਟ। ਅੱਜ ਤੁਹਾਡੇ ਸਾਹਮਣੇ ਦੂਜੀ ਰਿਪੋਰਟ ਪੇਸ਼ ਕਰਨ ਲੱਗੇ ਹਾਂ। ਦਰਅਸਲ ਪਹਿਲੀ ਰਿਪੋਰਟ ਵੇਲੇ ਸਤਨਾਮ ਸਿੰਘ ਦਾਊ ਜੀ ਹੋਣਾ ਵੱਲੋਂ ਇੱਕ ਨਾਮ ਲਿਆ ਗਿਆ ਸੀ ਜਸਦੀਪ ਸਿੰਘ ਦਾ, ਕਿਉਂਕਿ ਉਹਨਾਂ ਉੱਤੇ ਪਰਚਾ ਕਰਵਾਇਆ ਗਿਆ ਸੀ PSIEC ਦੇ ਅਧਿਕਾਰੀਆਂ ਵੱਲੋਂ। ਸਿਰਫ ਉਹਨਾਂ ਉੱਤੇ ਨਹੀਂ, ਉਹਨਾਂ ਦੀ ਧਰਮ ਪਤਨੀ ਉੱਤੇ ਵੀ ਤੇ ਇੱਕ ਹੋਰ ਸ਼ਿਵਮ ਗਰੋਵਰ ਨਾਮ ਦੇ ਸ਼ਖਸ ਤੇ। ਖੈਰ, ਸਤਨਾਮ ਸਿੰਘ ਦਾਊ ਜੀ ਨੇ ਜਦੋਂ PSIEC ਦੇ ਇਸ ਘੁਟਾਲੇ ਬਾਰੇ, ਅਰਬਾਂ ਦੇ ਘੁਟਾਲੇ ਬਾਰੇ ਪ੍ਰੈਸ ਕਾਨਫਰੰਸ ਕੀਤੀ, ਉਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸਤਨਾਮ ਸਿੰਘ ਜੀ ਦੇ ਮੁਤਾਬਕ ਕੋਈ ਬਹਾਨਾ ਲਾ ਕੇ ਜਾਂ ਕਿਸੇ ਦੋਸਤ ਦੇ ਜ਼ਰੀਏ ਜਸਦੀਪ ਸਿੰਘ ਹੋਣਾ ਨੇ ਸਤਨਾਮ ਸਿੰਘ ਦਾਊ ਜੀ ਹੋਣਾ ਦੇ ਨਾਲ ਮੁਲਾਕਾਤ ਕੀਤੀ। ਉਸ ਮੁਲਾਕਾਤ ਦੇ ਵਿੱਚ ਜਸਦੀਪ ਸਿੰਘ ਨੇ ਸਤਨਾਮ ਸਿੰਘ ਦਾਊ ਹੋਣਾ ਨੂੰ PSIEC ਘੁਟਾਲੇ ਬਾਰੇ ਕੁਝ ਗੱਲਾਂ ਕਹੀਆਂ। ਸਤਨਾਮ ਸਿੰਘ ਦਾਊ ਜੀ ਦੇ ਮੁਤਾਬਕ ਉਹ ਗੱਲਾਂ ਕੀ ਸੀ? ਪਹਿਲੀ ਗੱਲ, ਜਸਦੀਪ ਸਿੰਘ ਨੇ ਸਤਨਾਮ ਦਾਊ ਹੋਣਾ ਨੂੰ ਇਹ ਕਿਹਾ ਕਿ PSIEC ਘੁਟਾਲੇ ਬਾਰੇ ਕੋਈ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ। ਦੂਜੀ ਗੱਲ, ਜੇਕਰ ਪ੍ਰੈਸ ਕਾਨਫਰੰਸ ਕਰਨੀ ਵੀ ਹੋਈ ਤਾਂ ਟਾਈਨੌਰ ਵਾਲੇ ਡਾਕਟਰ PJ ਸਿੰਘ, ਜੋ ਕਿ ਜਸਦੀਪ ਸਿੰਘ ਦੇ ਰਿਸ਼ਤੇਦਾਰ ਵੀ ਹਨ, ਉਹਨਾਂ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਨਾਮ ਨਾ ਲਿਆ ਜਾਵੇ। ਤੀਜੀ ਗੱਲ, ਇਰੀਗੇਸ਼ਨ ਸਕੈਮ, ਇਰੀਗੇਸ਼ਨ ਘੁਟਾਲੇ ਵਿੱਚ ਫਸੇ ਗੁਰਿੰਦਰ ਸਿੰਘ ਉਰਫ ਗੁਰਿੰਦਰ ਭਾਪਾ ਦਾ ਨਾਮ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਲਿਆ ਜਾਵੇ, ਕਿਉਂਕਿ ਉਹ ਵੀ ਜਸਦੀਪ ਸਿੰਘ ਦੇ ਰਿਸ਼ਤੇਦਾਰ ਨੇ। ਚੌਥੀ ਗੱਲ, ਜਸਦੀਪ ਸਿੰਘ ਹੋਣਾ ਵੱਲੋਂ ਇਹ ਆਖੀ ਗਈ ਕਿ ਸਾਡੇ ਉੱਤੇ, ਯਾਨੀ ਕਿ ਜਸਦੀਪ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਮਨਪ੍ਰੀਤ ਕੌਰ ਅਤੇ ਸ਼ਿਵਮ ਗਰੋਵਰ ਪੁੱਤਰ ਅਰੁਣ ਗਰੋਵਰ, ਜੋ ਕਿ ਅਮਰਟੈਕਸ ਦੇ ਮਾਲਕ ਵੀ ਹਨ, ਇਹਨਾਂ ਉੱਤੇ ਹੋਏ ਪਰਚਿਆਂ ਦਾ ਜ਼ਿਕਰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਕੀਤਾ ਜਾਵੇ ਅਤੇ ਨਾ ਹੀ ਜਸਦੀਪ ਸਿੰਘ, ਉਹਨਾਂ ਦੀ ਧਰਮ ਪਤਨੀ ਮਨਪ੍ਰੀਤ ਕੌਰ ਅਤੇ ਸ਼ਿਵਮ ਗਰੋਵਰ ਦਾ ਨਾਮ ਪ੍ਰੈਸ ਕਾਨਫਰੰਸ ਦੇ ਵਿੱਚ ਲਿਆ ਜਾਵੇ। ਪੰਜਵੀਂ ਗੱਲ, ਮੋਹਾਲੀ ਦੇ ਫੇਜ਼ 8B ਫੋਕਲ ਪੁਆਇੰਟ ਦੇ ਪਲਾਟ ਨੰਬਰ 247 ਦਾ ਜ਼ਿਕਰ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਕੀਤਾ ਜਾਵੇ, ਕਿਉਂਕਿ ਉਹ ਪਲਾਟ ਜਸਦੀਪ ਸਿੰਘ ਦੇ ਭਰਾ ਸੰਦੀਪ ਸਿੰਘ ਉਰਫ ਸੋਨੂ ਦੇ ਨਾਮ ਉੱਤੇ ਅਲਾਟ ਹੋਇਆ ਹੈ ਅਤੇ ਪਹਿਲਾਂ ਤੋਂ ਹੀ ਸ਼ਾਇਦ ਉਹ ਵਿਜੀਲੈਂਸ ਇਨਕੁਆਇਰੀ ਦਾ ਹਿੱਸਾ ਵੀ ਹੈ, ਜਿਸ ਕਰਕੇ ਉਸ ਦਾ ਨਾਮ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਲਿਆ ਜਾਵੇ। ਜੇਕਰ ਤੁਸੀਂ ਕਹੋਗੇ, ਮਤਲਬ ਜਸਦੀਪ ਸਿੰਘ ਨੇ ਉਦੋਂ ਸਤਨਾਮ ਦਾਊ ਹੋਣਾ ਨੂੰ ਇਹ ਗੱਲ ਵੀ ਕਹੀ, ਜੇਕਰ ਤੁਸੀਂ ਕਹੋਗੇ ਤਾਂ ਜਸਦੀਪ ਸਿੰਘ ਆਪਣੇ ਭਰਾ ਸੰਦੀਪ ਸਿੰਘ ਉਰਫ ਸੋਨੂ ਦੇ ਨਾਲ ਸਤਨਾਮ ਸਿੰਘ ਦਾਊ ਹੋਣਾ ਦੀ ਮੁਲਾਕਾਤ ਵੀ ਕਰਵਾ ਦੇਣਗੇ। ਇੱਥੇ ਦੱਸਣਯੋਗ ਇਹ ਵੀ ਹੈ ਕਿ ਜਸਦੀਪ ਸਿੰਘ ਦਾ ਭਰਾ ਸੰਦੀਪ ਸਿੰਘ ਉਰਫ ਸੋਨੂ ਮੋਹਾਲੀ ਦੇ ਸਮਾਰਟ ਵੰਡਰ ਸਕੂਲ ਅਤੇ ਸਮਾਲ ਵੰਡਰ ਸਕੂਲ ਦੇ ਮਾਲਕ ਵੀ ਹਨ। ਸਤਨਾਮ ਸਿੰਘ ਜੀ ਮੁਤਾਬਕ ਇਸ ਸਾਰੀ ਗੱਲਬਾਤ ਤੋਂ ਬਾਅਦ ਸਤਨਾਮ ਸਿੰਘ ਦਾਊ ਨੇ ਜਸਦੀਪ ਸਿੰਘ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੈਸ ਕਾਨਫਰੰਸ ਵਿੱਚ ਜਾਰੀ ਹੋਣ ਵਾਲੇ ਜਾਂ ਫਿਰ ਜਾਰੀ ਕੀਤੇ ਜਾਣ ਵਾਲੇ ਪ੍ਰੈਸ ਨੋਟ ਨੂੰ ਹੂਬਹੂ ਪੜ੍ਹ ਕੇ ਸੁਣਾ ਦਿੱਤਾ। ਹੁਣ ਇੱਥੇ ਸਤਨਾਮ ਸਿੰਘ ਦਾਊ ਦੀਆਂ ਗੱਲਾਂ ਸੁਣ ਕੇ ਇੱਕ ਪਾਸੜ ਸੱਚ ਮੰਨ ਲੈਣਾ ਵੀ ਠੀਕ ਨਹੀਂ, ਕਿਉਂਕਿ ਮਾਮਲਾ ਕਰੋੜਾਂ ਅਰਬਾਂ ਦੇ ਘੁਟਾਲੇ ਦਾ ਹੈ। ਇਸ ਕਰਕੇ ਅਸੀਂ ਸੱਚ ਜਾਣਨ ਦੇ ਲਈ ਜਸਦੀਪ ਸਿੰਘ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਇਹ ਸਾਰੀ ਗੱਲਬਾਤ ਸਤਨਾਮ ਸਿੰਘ ਦਾਊ ਨੂੰ ਸਾਹਮਣੇ ਬਿਠਾ ਕੇ ਕੀਤੀ ਗਈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਜਸਦੀਪ ਸਿੰਘ ਨੇ ਸਾਡੇ ਨਾਲ ਹੋਈ ਗੱਲਬਾਤ ਵਿੱਚ ਸਤਨਾਮ ਸਿੰਘ ਦਾਊ ਨਾਲ ਹੋਈ ਮੁਲਾਕਾਤ ਤਾਂ ਮੰਨੀ, ਪਰ ਮੁਲਾਕਾਤ ਦੌਰਾਨ ਹੋਈਆਂ ਗੱਲਾਂ ਵਾਲੇ ਸਵਾਲ ਤੋਂ ਕਿਨਾਰਾ ਕਰਦੇ ਵੀ ਨਜ਼ਰ ਆਏ। ਜਸਦੀਪ ਸਿੰਘ ਨੇ ਸਾਨੂੰ ਦਿੱਤੇ ਆਪਣੇ ਪੱਖ ਵਿੱਚ ਆਖਿਰ ਕੀ ਕੁਝ ਕਿਹਾ, ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣੋ, ਫਿਰ ਅੱਗੇ ਵਧਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਸਰ। ਜਸਦੀਪ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਸਦੀਪ ਜੀ, ਠਾਕੁਰ ਅਮਨਦੀਪ ਸਿੰਘ ਗੱਲ ਕਰ ਰਹੇ ਹਾਂ ਜੀ ਦੇ ਖਬਰਸਾਰ ਤੋਂ ਪੱਤਰਕਾਰ। ਅੱਛਾ ਸਰ, ਜੀ। ਇਸ ਵੇਲੇ ਲਾਈਵ ਚੱਲ ਰਿਹਾ, ਤੁਹਾਡਾ ਨਾ ਇੱਕ ਪੱਖ ਲੈਣਾ ਸੀਗਾ। ਤੁਸੀਂ ਸਤਨਾਮ ਦਾਊ ਜੀ ਨੂੰ ਕੱਲ ਜਾਂ ਪਰਸੋਂ ਮਿਲੇ ਹੋ ਤੇ ਤੁਸੀਂ ਕਿਹਾ ਹੈ ਕਿ ਪ੍ਰੈਸ ਕਾਨਫਰੰਸ ਨਾ ਕਰਿਓ, ਜਿਹੜੀ ਇਹਨਾਂ ਨੇ ਗੜਬੜ ਘੁਟਾਲੇ ਸੀਗੇ ਪਲਾਟਾਂ ਦੇ ਜਿਹੜੇ ਫੋਕਲ ਪੁਆਇੰਟਸ ਵਿਕੇ ਉਹਨਾਂ ਨੂੰ ਲੈ ਕੇ, ਉਹਨਾਂ ਦੇ ਬਾਬਤ ਤੁਸੀਂ ਮਿਲੇ ਸੀ ਉਹਨਾਂ ਨੂੰ?
ਮੈਂ ਤਾਂ ਇਹ ਗੱਲ ਨਹੀਂ ਕੀ ਜੀ ਉਹ ਤਾਂ ਇੰਡੀਪੈਂਡੈਂਟ ਹੈ, ਪ੍ਰੈਸ ਕਾਨਫਰੰਸ ਕਰ ਸਕਦੇ ਆ ਜੀ। ਜੀ ਉਹਨਾਂ ਨੂੰ ਕੀ, ਮੈਂ ਕਿਉਂ ਕਹਾਂਗਾ ਜੀ ਕਿ ਤੁਸੀਂ ਪ੍ਰੈਸ ਕਾਨਫਰੰਸ ਨਾ ਕਰੋ। ਫਿਰ ਸਰ ਮਿਲਣ ਦਾ ਮਕਸਦ ਕੀ ਸੀ? ਤੁਸੀਂ ਨਾਲੇ ਇਹ ਵੀ ਕਿਹਾ ਵੀ ਜਿਹੜੇ ਗੁਰਿੰਦਰ ਕੰਟਰੈਕਟਰ ਗੁਰਿੰਦਰ ਪਾਪਾ ਜਿਨ੍ਹਾਂ ਨੂੰ ਕਹਿੰਦੇ ਨੇ ਇਰੀਗੇਸ਼ਨ ਸਕੈਮ ਵਾਲੇ, ਵੀ ਉਹਨਾਂ ਦਾ ਨਾਮ ਵੀ ਨਾ ਲਈਓ। ਨਾ ਇਹ ਵੀ ਮੈਂ ਨਹੀਂ ਕਿਹਾ ਜੀ, ਬਿਲਕੁਲ। ਨਹੀਂ, ਮੇਰੇ ਨਾਲ ਹੀ ਖੜੇ ਸਤਨਾਮ ਜੀ ਉਹ ਕਹ ਰਹੇ ਮੈਂ ਕਰਾ ਦਿਓ, ਗੱਲ ਕਰਾ ਦਿਓ ਜੀ। ਹਾਂਜੀ ਮੈਂ ਲਾਈਵ ਆ ਜੀ, ਗੱਲ ਬਿਲਕੁਲ ਜੀ ਕਿਹਾ ਜੀ ਇਹ, ਤੇ ਤੁਹਾਡੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਮੈਂ ਤੁਹਾਨੂੰ ਕਦੋਂ ਕਿਹਾ ਜੀ ਪ੍ਰੈਸ ਮੈਂ ਤੁਹਾਨੂੰ ਕਾਨਫਰੰਸ ਗੱਲ ਨਾ ਦੱਸਣ ਕਰੋ? ਵਾਸਤੇ ਮੈਂ ਆਪਣਾ ਪੱਖ ਮੀਡੀਆ ਨੂੰ ਦੱਸਦਾ, ਤੁਸੀਂ ਜੇ ਮੈਂ ਗਲਤ ਆ ਆਪਣਾ ਪੱਖ ਮੀਡੀਆ ਨੂੰ ਦੱਸ ਦਿਓ, ਕੋਈ ਗੱਲ ਨਹੀਂ। ਮੈਂ ਹੁਣ ਬਹਿਸ ਨਹੀਂ ਤੁਹਾਡੇ ਨਾਲ ਕਰ ਸਕਦਾ ਫੋਨ ਤੇ। ਹਾਂਜੀ ਹਾਂਜੀ ਜੀ ਸਰ ਕੀ ਕਹੋਗੇ ਜੀ? ਮੈਂ ਸਰ ਇਹਨਾਂ ਨੂੰ ਬਿਲਕੁਲ ਨਹੀਂ ਕਿਹਾ ਕਿ ਤੁਸੀਂ ਪ੍ਰੈਸ ਕਾਨਫਰੰਸ ਨਾ ਕਰੋ। ਅੱਛਾ ਸਰ, ਮਿਲਣ ਦਾ ਫਿਰ ਮਕਸਦ ਕੀ ਸੀ? ਮੈਂ ਤਾਂ ਉੱਥੇ ਬੁਲਾਇਆ ਸੀਗਾ, ਮੈਂ ਚਲੇ ਗਿਆ ਜੀ। ਮੇਰੇ ਦੋਸਤ ਨੇ ਕਿਹਾ ਸੀ ਤੁਸੀਂ ਇੱਧਰ ਆਓ, ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿਹਨੇ ਬੁਲਾਇਆ ਸੀ, ਕਿਹਨੇ ਫੋਨ ਕੀਤਾ? ਮੈਨੂੰ ਤਾਂ ਮਹੇਸ਼ ਜੀ ਨੇ ਬੁਲਾਇਆ ਸੀ, ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਹੈਗੇ ਉੱਥੇ। ਅੱਛਾ ਜੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਤੁਹਾਨੂੰ ਕੀ ਕਹਿ ਕੇ ਬੁਲਾਇਆ? ਮੈਂ ਤੁਹਾਨੂੰ ਦੱਸਦਾ ਜੀ, ਮੈਂ ਗੁਰਦੁਆਰੇ ਮੱਥਾ ਟੇਕ ਰਿਹਾ ਸੀਗਾ ਜੀ, ਤੇ ਉਹਨਾਂ ਦਾ ਫੋਨ ਆਇਆ, ਕਹਿੰਦੇ ਕਿੱਥੇ ਹੋ? ਮੈਂ ਕਿਹਾ ਮੈਂ ਗੁਰਦੁਆਰੇ ਮੱਥਾ ਟੇਕ ਰਿਹਾ ਜੀ। ਕਹਿੰਦੇ ਜੀ ਆ ਜਾਓ 5 ਮਿੰਟ ਗੱਲ ਕਰਨੀ ਹੈ। ਮੈਂ ਆ ਜਾਣਾ ਜੀ। ਫਿਰ ਉੱਥੇ ਜਾ ਕੇ ਰਾਦਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਇਹਨਾਂ ਨੇ ਉੱਥੇ ਆਣਾ। ਅੱਛਾ ਜੀ, ਗੱਲ ਕੀ ਕਰਨੀ ਸੀ ਉਹਨੂੰ ਨਹੀਂ ਦੱਸਿਆ ਉਹਨਾਂ ਨੇ? ਨਹੀਂ ਮੈਨੂੰ ਨਹੀਂ ਪਤਾ, ਉਹ ਤਾਂ ਜਿੱਦਾਂ ਮੇਰੇ ਦੋਸਤ ਅਕਸਰ ਬੁਲਾ ਲੈਂਦੇ ਆ ਮੈਨੂੰ। ਅੱਛਾ ਜੀ, ਓਕੇ। ਉਹ ਤਾਂ ਕਈ ਵਾਰ ਆਪਾਂ ਮਿਲਦੇ ਰਹਿੰਦੇ ਆ। ਫਿਰ ਸਰ ਤੁਸੀਂ ਸਤਨਾਮ ਜੀ ਨੂੰ ਮਿਸਡ ਕਾਲ ਵੀ ਮਾਰੀ ਸੀ, ਨੰਬਰ ਲਿਆ ਤੁਸੀਂ, ਕੋਈ ਖਾਸ ਕਾਰਨ ਹੋਣਾ ਫਿਰ ਤਾਂ? ਮੈਂ ਨੰਬਰ ਲਿਆ ਪਰ ਮਿਸਡ ਕਾਲ ਕਿੱਥੇ ਮਾਰੀ ਹੈ ਜੀ, ਪੁੱਛੋ। ਸਰ ਨੰਬਰ ਪਈ ਹੈ ਜੀ ਮਿਸਡ ਕਾਲ ਫੋਨ ਤੇ। ਉਹ ਫਿਰ ਉਸ ਟਾਈਮ ਜਦੋਂ ਹੋਣੀ ਤਾਂ ਅੱਜ ਮਾਰੀ ਹੈ? ਨਹੀਂ ਅੱਜ ਨਹੀਂ, ਉਸੇ ਦਿਨ। ਹਾਂ ਤਾਂ ਉਸ ਟਾਈਮ ਮੈਂ ਨੰਬਰ ਲਿਆ ਨਾ ਜੀ। ਅੱਛਾ ਜੀ, ਨੰਬਰ ਮੈਂ ਨੰਬਰ ਲਿਆ ਨਾ। ਹਾਂਜੀ, ਨੰਬਰ ਵੈਸੇ ਹੀ ਲਿਆ ਜੀ? ਹਾਂ ਨੰਬਰ ਤਾਂ ਮੈਂ ਵੈਸੇ ਹੀ ਲਿਆ। ਨੰਬਰ ਮੈਂ ਮੁੜ ਕੇ ਪੁੱਛੋ ਇਹਨਾਂ ਨੂੰ ਕਾਲ ਕੀਤੀ ਹੈ ਕੋਈ? ਨਹੀਂ, ਉਹ ਤਾਂ ਉੱਥੇ ਇਹਨਾਂ ਨੇ ਮਨਾ ਹੀ ਕਰਤਾ ਨਾ ਕਿ ਪ੍ਰੈਸ ਕਾਨਫਰੰਸ ਤਾਂ ਮੈਂ ਕਰਨੀ ਹੈ, ਫਿਰ ਤੁਸੀਂ ਕਾਲ ਵੀ ਕਾਹਨੂੰ ਕਰਨੀ ਸੀ? ਸਰ ਮੈਨੂੰ ਇੱਕ ਗੱਲ ਦੱਸੋ, ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਤੁਹਾਨੂੰ ਕਹਿ ਰਿਹਾ ਪ੍ਰੈਸ ਕਰ, ਉਹ ਤਾਂ ਮੈਂ ਨੰਬਰ ਲਿਆ। ਜਦੋਂ ਬੰਦਾ ਨੰਬਰ ਨੋਟ ਕਰਦਾ ਤੇ ਕਾਲ ਨਹੀਂ ਹੋ ਜਾਂਦੀ ਜੀ? ਅੱਛਾ ਸਰ, ਜਿਹੜਾ ਤੁਹਾਡੇ FI ਨੰਬਰ 57 ਹੋਈ ਸੀ, ਉਹ ਫਿਰ ਕੈਨਸਲ ਕਿਸ ਬਿਹਾਫ ਤੇ ਹੋਈ? ਕਿਸ ਬਿਹਾਫ ਤੇ ਕੈਨਸਲ ਕਿਉਂ ਕਰਤੀ ਫਿਰ ਇਹਨਾਂ ਨੇ? ਕਿੰਨੇ ਕੈਨਸਲ ਕੀਤੀ ਹੈ? ਇਹ ਸਟੈਂਡ ਕਰਦੀ ਹੈ ਹਲੇ? ਨਹੀਂ, ਇਹ ਕੋਰਟ ਨੇ ਕੈਨਸਲ ਕੀਤੀ ਹੈ ਜੀ। ਹਾਂਜੀ, ਮੈਂ ਉਹੀ ਕਹਿ ਰਿਹਾ ਨਾ, ਫਿਰ ਮਗੀ ਡਿਪਾਰਟਮੈਂਟ ਨੇ ਪੱਖ ਨਹੀਂ ਰੱਖਿਆ ਆਪਣਾ, ਜਾਂ ਇਹ ਗਲਤ ਹੋਇਆ ਸੀ, ਪਰਚਾ ਹੀ ਗਲਤ ਸੀਗਾ ਇਹ? ਸਰ ਡਿਪਾਰਟਮੈਂਟ ਦੇ ਪੱਖ 5 ਵਾਰ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ ਜੀ ਸਰ, ਕੋਰਟ ਵਿੱਚ। ਓਕੇ। ਅਲੱਗ-ਅਲੱਗ ਇਹਨਾਂ ਨੇ ਐਡਵੋਕੇਟ ਵੀ ਚੇਂਜ ਕੀਤੇ ਆ ਜੀ। ਈਵਨ ਉੱਥੇ ਇਹ 100% ਗਲਤ ਹੋਈ ਸੀ। ਉੱਥੇ ਆਲਰੇਡੀ ਕੰਸਟਰਕਸ਼ਨ ਹੋਈ ਪਈ ਹੈ, ਪ੍ਰੋਟੈਕਸ਼ਨ ਹੋ ਰਹੀ ਹੈ, ਬਿੱਲ ਆ ਰਿਹਾ ਬਿਜਲੀ ਦਾ 1.5 ਲੱਖ ਰੁਪਇਆ, ਤੇ ਮੈਨੂੰ ਕੈਂਸਲੇਸ਼ਨ ਦਾ ਨੋਟਿਸ ਭੇਜ ਰਹੇ ਆ। ਜੀ ਜਸਦੀਪ ਜੀ, ਤੁਸੀਂ ਜਦੋਂ ਕੇਸ ਜਿੱਤ ਕੇ FIR ਕੁਐਸ਼ ਹੋ ਗਈ, ਤੇ ਉਸ ਤੋਂ ਬਾਅਦ ਤੁਸੀਂ ਡਿਪਾਰਟਮੈਂਟ ਤੇ ਜਾਂ ਤਤਕਾਲੀ MD ਜਿਨ੍ਹਾਂ ਦੇ ਕਹੇ ਤੇ ਪਰਚਾ ਹੋਇਆ ਸੀ, ਤੁਸੀਂ ਉਹਨਾਂ ਦੇ ਖਿਲਾਫ ਕੇਸ ਨਹੀਂ ਕੀਤਾ? ਸਰ ਮੈਂ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਨਾ, ਚੀਮਾ ਸਾਹਿਬ ਨੇ ਕਰਾਈ ਸੀਗੀ ਜੀ ਸਰ, ਉਹ ਮੈਂ ਹੀ ਕਰਾਈ ਸੀਗੀ ਜੀ। ਚੀਮਾ ਸਾਹਿਬ ਨੇ, ਹਰਪਾਲ ਚੀਮਾ ਜੀ ਨੇ? ਹਾਂਜੀ, ਓਕੇ। ਦੋਨੋਂ ਪ੍ਰੈਸ ਕਾਨਫਰੰਸ ਮੈਂ ਹੀ ਕਰਾਈਆਂ ਸੀ। ਜਿਹੜੀ ਗੱਲ ਹੈ ਜੀ, ਜਦੋਂ ਵਿਰੋਧੀ ਧਿਰ ਸੀਗੇ ਇਹ, ਜਿਹੜੀ 9 ਸਤੰਬਰ ਜਦੋਂ ਇਹ ਆਪੋਜੀਸ਼ਨ 'ਚ ਸੀਗੇ ਜੀ। ਜੀ 9 ਸਤੰਬਰ ਤੇ 19 ਸਤੰਬਰ ਨੂੰ ਮੈਂ ਹੀ ਕਰਾਈ ਸੀ ਜੀ। ਫਿਰ ਜੀ ਨਹੀਂ, ਮੈਂ ਪ੍ਰੈਸ ਕਾਨਫਰੰਸ ਦੀ ਗੱਲ ਪਤਾ ਕੀ ਹੈ ਜੀ, ਇੱਕ ਅਫਸਰ ਲੀਗਲੀ ਨਹੀਂ ਤੁਸੀਂ ਕਿਸੇ ਅਫਸਰ ਦੇ ਖਿਲਾਫ ਵੀ ਕੀਤਾ, ਵੀ ਗਲਤ ਕੀਤਾ ਹੈ ਜੀ ਇਹ ਤਾਂ ਸਰੇਆਮ? ਸਰ ਗਲਤ ਕੀਤਾ ਹੈਗਾ ਇਹ ਹੁਣ ਇਹ ਮੂਰਖ ਨਾਲ ਨਾ ਲੁੱਜੀਏ, ਸਾਰੇ ਚੋਰ ਇਕੱਠੇ ਕੀਤੇ ਹੋਏ, ਮੈਂ ਕੀ ਕਰ ਸਕਦਾ? ਮੇਰੇ ਤੇ ਨਹੀਂ, ਮੇਰੀ ਵਾਈਫ ਤੇ ਕੀਤਾ, ਮੇਰੇ ਤੇ ਕੀਤਾ, ਜਿਹੜਾ ਮੈਂ ਪਲਾਟ ਖਰੀਦਿਆ ਉਸ ਤੇ ਕਰਤਾ। ਇਹ ਤਾਂ ਇਹਨਾਂ ਨੇ ਆਪਣੇ ਬੰਦੇ ਬਚਾਉਣ ਲਈ ਕੀਤਾ ਮੇਰੇ ਤੇ ਜੀ। ਕਿਹੜੇ ਇਹਨਾਂ ਦੇ ਬੰਦੇ ਕੌਣ ਸੀਗੇ? ਸਾਰੇ ਬੰਦੇ ਇਹਨਾਂ ਦੇ ਜਿਹੜੇ ਡਿਪਾਰਟਮੈਂਟ ਦੇ ਹੈਗੇ ਜੀ, ਜਿਨ੍ਹਾਂ ਨੂੰ ਇਹ ਲੱਭ ਰਹੇ ਭਾਈ ਸਾਹਿਬ। ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਈ, ਇਹ ਤਾਂ ਉਲਟਾ ਮੈਂ ਇਹਨਾਂ ਨੂੰ ਲੱਭ ਰਿਹਾ ਸੀ ਵੀ ਚਲੋ ਮੈਂ ਇਹਨਾਂ ਦੀ ਮਦਦ ਕਰਾਂ, ਕਿਉਂਕਿ ਮੈਂ ਇਹਨਾਂ ਦੀ ਕਾਫੀ ਵੀਡੀਓਜ਼ ਦੇਖੀਆਂ ਸੀਗੀਆਂ। ਉਲਟਾ ਮੈਨੂੰ ਕਹਿਣ ਲੱਗੇ ਜੀ ਕਿ ਮੈਂ ਮੈਂ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਸਰ ਦੇਖੋ ਇਹ ਮੁੱਦਾ ਹੈਗਾ, ਹੁਣ ਜੇ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਪੁਰਾਣੀ FIR ਉਹਨੂੰ ਤੁਸੀਂ ਦੁਬਾਰਾ ਦੱਸ ਕੇ ਏਦਾਂ ਕਰੋਗੇ, ਮੈਂ ਕਿਹਾ ਤੁਸੀਂ ਸਾਰਾ ਕੁਝ ਮੈਂਸ਼ਨ ਕਰੋ, ਮੇਰਾ ਨਾਂ ਨਾ ਮੈਂਸ਼ਨ ਕਰਨਾ। ਇਹ ਗੱਲ ਫਿਰ ਜਦੋਂ FIR ਹੋਈ ਹੈ ਤਾਂ ਸਾਰਾ ਕੁਝ ਮੈਂ ਇਹ ਕਿਉਂ ਕਹਾਂਗਾ ਕਿ ਤੁਸੀਂ ਤੁਹਾਨੂੰ ਵੀ ਸਰ ਮਤਲਬ ਜਦੋਂ FIR ਕੀਤੀ ਹੈ ਕਿ ਜੇ ਤੁਹਾਨੂੰ ਵੀ ਫਿਰ ਬਲੈਕਮੇਲ ਕੀਤਾ ਗਿਆ ਜੀ? ਹਾਂ 200% ਜੀ। ਮੈਂ ਸਿੱਧਾ ਜਵਾਬ ਪੁੱਛ ਰਿਹਾ, ਮੈਂ ਸਿੱਧਾ ਸਰ ਬਿਲਕੁਲ ਕੀਤਾ ਗਿਆ ਜੀ, ਮੈਂ ਕਹਿ ਰਿਹਾ, ਮੈਂ ਨਹੀਂ ਝੂਠ ਬੋਲਦਾ। ਤੇ ਡੀਲ ਕਿੰਨੇ ਚ ਮੰਨੇ, ਕਿੰਨੇ ਚ ਮੰਨੇ IAS ਅਧਿਕਾਰੀ? ਸਰ ਮੈਂ ਮੰਨੇ ਹੀ ਨਹੀਂ, ਮੈਂ ਤਾਂ ਕੋਰਟ ਤੋਂ ਕਰਾਈ ਹੈ, ਤੁਸੀਂ ਦੇਖ ਲਓ ਜੀ। ਮੈਂ ਤਾਂ ਕੋਰਟ ਤੋਂ ਕਰਾਈ ਹੈ, ਮੇਰੇ ਤੋਂ ਅਧਿਕਾਰੀਆਂ ਨੇ ਤਾਂ ਕੀਤੀ ਨਹੀਂ।
ਅਧਿਕਾਰੀਆਂ ਨੇ ਥੋੜਾ ਨਾ ਕੀਤੀ ਹੈ। ਜਿਹੜੀ ਐਫ ਆਈ ਆਰ ਸਰ ਹੋ ਜਾਂਦੀ ਹੈ ਉਹ ਤਾਂ ਫਿਰ ਕੋਰਟ ਤੋਂ ਹੀ ਹੁੰਦੀ ਹੈ, ਲੀਗਲ ਪ੍ਰੋਸੀਜਰ ਹੀ ਉਹੀ ਹੈ। ਹਾਂ ਤੇ ਫਿਰ ਲੀਗਲ ਹੀ ਹੋਈ ਹੈ ਨਾ। ਹਾਂ ਸਰ, ਲੇਕਿਨ ਦੂਜੇ ਪੱਖ ਨੂੰ ਪੱਖ ਕਮਜ਼ੋਰ ਕਰਨਾ ਵੀ ਤਾਂ ਇੱਕ ਕਲਾ ਹੁੰਦੀ ਹੈ ਨਾ ਜੀ। ਜੇ ਪੱਖ ਕਮਜ਼ੋਰ ਹੋਊਗਾ ਤਾਂ ਹੀ ਐਫ ਆਈ ਆਰ ਕੁਐਸ਼ ਹੋਣੀ ਹੈ, ਅਦਰਵਾਈਜ਼ ਤਾਂ ਤੁਹਾਡੀ ਹੁੰਦੀ ਨਾ। ਪੱਖ ਕਮਜ਼ੋਰ ਜੇ ਜਦੋਂ ਪੱਖ ਹੈ ਹੀ ਨਹੀਂ ਤੇ ਐਫ ਆਈ ਆਰ ਕਿੱਦਾਂ ਕਰ ਸਕਦੇ ਹੋ ਤੁਸੀਂ? ਤੁਸੀਂ ਇਹ ਕਹਿਣਾ, ਇੱਕ ਤਰਫੋਂ ਤੁਸੀਂ ਇਹ ਕਹਿ ਰਹੇ ਹੋ ਕਿ ਐਫ ਆਈ ਆਰ ਗਲਤ ਹੋਈ ਹੈ, ਦੂਜੀ ਤਰਫੋਂ ਤੁਸੀਂ ਇਹ ਕਹਿ ਰਹੇ ਹੋ ਕਿ ਪੱਖ ਕਮਜ਼ੋਰ ਕੀਤਾ ਗਿਆ। ਪੱਖ ਤਾਂ ਉਹਨਾਂ ਨੇ ਇੱਥੇ ਤੱਕ ਹੋਇਆ ਕਿ ਉਹ 5 ਵਾਰ ਉਹਨਾਂ ਨੇ ਐਡਵਾਈਸ ਲਈ ਹੈ ਕਿ ਇਹ ਐਫ ਆਈ ਆਰ 6 ਆਪਣੇ ਲੀਗਲ ਬ੍ਰਾਂਚਾਂ ਤੋਂ ਉਹਨਾਂ ਨੇ ਐਡਵਾਈਸ ਲੈ ਕੇ ਫਿਰ ਇਹਨੂੰ ਫਾਈਲ ਬੰਦ ਕੀਤੀ ਹੈ। 2 ਸਾਲ ਮੈਂ ਲਮਕਦਾ ਰਿਹਾ। ਉਲਟਾ ਚੋਰ ਕੋਤਵਾਲ ਕੋ ਡਾਂਟੇ, ਉਲਟਾ ਤੁਸੀਂ ਮੈਨੂੰ ਕਹਿ ਰਹੇ ਹੋ। ਨਹੀਂ ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਉਹਨਾਂ ਅਧਿਕਾਰੀਆਂ ਦੀ ਗੱਲ ਕਰ ਰਿਹਾ ਜੀ। ਮੈਂ ਤਾਂ ਨਾ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋ, ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਉਹਨਾਂ ਨੇ ਪੱਖ ਕਮਜ਼ੋਰ ਕੀਤਾ ਹੋਏਗਾ। ਨਹੀਂ ਮੈਂ ਇਹ ਕਹਿ ਰਿਹਾ ਜੀ, ਤੁਹਾਨੂੰ ਤੁਸੀਂ ਖੁਦ ਕਹਿ ਰਹੇ ਹੋ ਵੀ ਤੁਹਾਨੂੰ ਬਲੈਕਮੇਲ ਕਰਨ ਦੇ ਲਈ ਕੀਤਾ ਗਿਆ। ਤੁਸੀਂ ਇਹ ਗੱਲ ਹੁਣ ਖੁਦ ਕਹੀ ਹੈ ਨਾ। ਹਾਂ ਬਿਲਕੁਲ ਕਹੀ ਹੈ ਨਾ। ਫਿਰ ਜੇ ਬਲੈਕਮੇਲ ਕਰਨਾ ਹੀ ਸੀ, ਐਫ ਆਈ ਆਰ ਕਰਕੇ ਬਲੈਕਮੇਲ ਕਰ ਲਿਆ ਤੁਹਾਡੇ ਮੁਤਾਬਕ, ਠੀਕ ਹੈ ਜੀ, ਤੇ ਫਿਰ ਤੁਹਾਨੂੰ ਛੱਡਣਾ ਸੀ ਜਾਂ ਕਿਤੇ ਸਹਿਮਤੀ ਹੋਈ ਜਾਂ ਛੱਡਣਾ ਸੀ ਤਾਂ ਆਬਵੀਅਸਲੀ ਮੈਨੂੰ ਕਿਉਂ ਛੱਡਣਾ ਸੀ? ਜਦੋਂ ਮੈਂ ਤਾਂ ਲੀਗਲ ਲੜਾਈ ਲੜਿਆ ਜੀ। ਮੈਂ ਤਾਂ ਜਦੋਂ ਮੇਰੀ ਤਾਂ ਗੱਲ ਤਾਂ ਜਦੋਂ ਇਹ ਅਧਿਕਾਰੀ, ਪਹਿਲਾਂ ਸੁਣ ਲਓ ਗੱਲ ਸਰ। ਤੁਸੀਂ ਮੇਰੀ ਗੱਲ ਫੋਲੋ ਨਹੀਂ ਕਰ ਰਹੇ ਸਰ। ਮੈਂ ਇੱਕ ਪੁਆਇੰਟ ਕਹਿੰਦਾ, ਫਿਰ ਤੁਸੀਂ ਬੋਲਿਓ। ਮੈਂ ਕਹਿ ਰਿਹਾ, ਤੁਸੀਂ ਕਹਿ ਰਹੇ ਹੋ ਕਿ ਮੈਂ ਲੀਗਲ ਲੜਾਈ ਲੜਿਆ ਤੇ ਉੱਥੋਂ ਜਿੱਤਿਆ। ਇਹਨਾਂ ਨੇ 6 ਵਾਰ ਲੀਗਲ ਓਪੀਨੀਅਨ ਲਈ ਹੈ ਤੇ ਉੱਥੇ ਪਾਇਆ ਗਿਆ ਵੀ ਇਹ ਗਲਤ ਹੈ। ਹਾਂ ਠੀਕ ਹੈ, ਮੈਂ ਮੰਨ ਗਿਆ। ਹੁਣ ਤੁਹਾਡਾ ਪਹਿਲਾ ਪੁਆਇੰਟ ਸੀਗਾ ਵੀ ਬਲੈਕਮੇਲ ਕਰਨ ਵਾਸਤੇ ਕੀਤਾ ਹੈ। ਤੁਹਾਡਾ ਪੁਆਇੰਟ ਵੈਲਿਡ ਹੈ ਜੀ, ਠੀਕ ਹੈ, ਉਹ ਹੋ ਗਿਆ। ਲੇਕਿਨ ਜੇ ਅੱਗੇ ਜਾ ਕੇ ਕੁਛ ਨਾ ਕੁਛ ਸੈਟਲਮੈਂਟ ਹੋਈ ਹੈ ਜਾਂ ਕੁਛ ਉਹਨਾਂ ਨੂੰ ਲੱਗਿਆ ਹੈ ਜਾਂ ਗੱਲਬਾਤ ਹੋ ਗਈ, ਸਹਿਮਤੀ ਬਣੀ ਹੈ, ਅਗਲਿਆਂ ਨੇ ਤਾਂ ਹੀ ਫਿਰ ਲੀਗਲ ਲੈ ਕੇ ਜਿਹੜਾ ਕੰਮ ਸੁਣੋ, ਜਿੱਥੇ ਤੀਰ ਮਾਰਨਾ ਸੀ ਉਹ ਤੀਰ ਲੱਗ ਗਿਆ। ਬਲੈਕਮੇਲਿੰਗ ਵਾਲਾ ਤਾਂ ਹੋ ਗਿਆ ਕੰਮ। ਉਸ ਤੋਂ ਬਾਅਦ ਤਾਂ ਤੀਰ ਵਾਪਸ ਹੀ ਲੈਣਾ ਸੀ ਨਾ ਸਰ। ਸਰ ਮੈਂ ਇੱਕ ਗੱਲ ਦੱਸਦਾ ਨਾ, ਪਹਿਲਾਂ ਧਿਆਨ ਨਾਲ ਗੱਲ ਸੁਣੋ ਜੀ। ਬਲੈਕਮੇਲ ਤਾਂ ਮੈਨੂੰ ਤਾਂ ਕਰਦੇ ਨਾ ਜੇ ਮੇਰਾ ਕੰਮ ਗਲਤ ਹੁੰਦਾ, ਮੈਂ ਤਾਂ ਬਲੈਕਮੇਲ ਹੁੰਦਾ। ਨਹੀਂ ਉਹ ਤਾਂ ਤੁਸੀਂ ਕਿਹਾ ਵੀ ਹੈ ਨਾ ਵੀ ਮੈਨੂੰ ਬਲੈਕਮੇਲ ਕਰਨ ਨੂੰ ਕੀਤਾ ਸੀ ਇਹ, ਪਰ ਮੈਂ ਜਿੱਤ ਗਿਆ। ਜਦੋਂ ਮੇਰਾ ਕੰਮ ਹੀ ਸਹੀ ਹੈ ਤੇ ਮੈਂ ਬਲੈਕਮੇਲ ਕਿਉਂ ਹੋਵਾਂ? ਅੱਛਾ, ਤੁਹਾਡੇ ਵਰਗੇ ਸਰ ਫਿਰ ਬਹੁਤ ਜਣੇ ਹੋਣਗੇ ਜਿਵੇਂ ਤੁਹਾਨੂੰ ਟਾਰਗੇਟ ਕੀਤਾ ਹੈ, ਇਦਾਂ ਦਾ ਹੋਰ ਵੀ ਬਹੁਤ ਹੋਣਗੇ ਫਿਰ। ਤੁਸੀਂ ਏਦਾਂ ਨਾ ਪਬਲਿਕ ਨੋਟਿਸ ਕਢਾ ਦਿਓ, ਜਿਹੜੇ 8B ਦੇ ਵਿੱਚ ਅਲੋਟੀ ਹੈ ਨਾ, ਅੱਧੇ ਅਲੋਟੀ ਉਸ ਟਾਈਮ ਕਹਿੰਦੇ ਸੀ ਅਸੀਂ ਸੁਸਾਈਡ ਕਰ ਲਈਏ, ਇਸ ਜਨਮ 'ਚ ਕੋਈ ਪਾਪ ਕਰ ਲਿਆ ਜਿਹੜਾ ਅਸੀਂ 8B 'ਚ ਪਲਾਟ ਲੈ ਲਿਆ। ਚਲੋ ਬਹੁਤ ਬਹੁਤ ਧੰਨਵਾਦ ਸਰ, ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਯੂ ਆਰ ਆਲਵੇਜ਼ ਵੈਲਕਮ। ਔਰ ਇੱਕ ਗੱਲ ਹੋਰ ਮੇਰੇ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਮੇਰੇ ਕੋਰਟ ਦੇ ਆਰਡਰ ਹੈ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਸੀਗੇ। ਉਹ ਵੀ ਕੋਰਟ ਦੇ ਆਰਡਰ ਜਦੋਂ ਇੱਕ ਅਫਸਰ ਬਦਲ ਗਿਆ ਉਸ ਤੋਂ ਬਾਅਦ 6 ਮਹੀਨੇ ਬਾਅਦ ਮੈਂ ਉਹਦੇ ਕੋਲ ਚੱਕਰ ਖਾਂਦਾ ਰਿਹਾ। ਮੈਂ ਘੱਟੋ ਘੱਟ 30-40 ਵਾਰ PSI ਸੀਗਾ, ਫਿਰ ਮੇਰੇ ਕੋਰਟ ਦੇ ਆਰਡਰ ਮੰਨੇ ਗਏ ਆ। ਓਹੋ ਅੱਛਾ ਜੀ। ਤੇ ਵੀਰ ਦਾ ਸਰ ਕੰਟੈਂਪਟ ਵੀ ਬਣਦੀ ਸੀਗੀ ਜੇ ਕੋਰਟ ਦੇ ਆਰਡਰ ਹੀ ਨਹੀਂ ਮੰਨ ਰਹੇ। ਨਹੀਂ ਮੰਨ ਰਹੇ ਸੀਗੇ। ਕੰਟੈਂਪਟ ਪਾਣੀ ਸੀ ਤੁਸੀਂ? ਕੰਟੈਂਪਟ ਪਾਉਂਦੇ? ਬਿਲਕੁਲ ਸਰ, ਹੁਣ ਕੋਰਟ ਦੇ ਤੁਹਾਨੂੰ ਪਤਾ ਹੀ ਹੈ ਲੜਾਈਆਂ ਲੰਬੀਆਂ ਹੁੰਦੀਆਂ। ਨਹੀਂ ਕੰਟੈਂਪਟ ਪਾਤੀ ਕਿ ਨਹੀਂ? ਨਹੀਂ ਮੈਂ ਸਰ ਕੰਟੈਂਪਟ ਤਾਂ ਨਹੀਂ, ਇਹਨਾਂ ਤੇ ਡਿਫਾਮੇਸ਼ਨ ਬਣਦੀ ਸੀਗੀ ਜੀ। ਡਿਫਾਮੇਸ਼ਨ ਵੀ ਬਣਦੀ ਹੈ ਜੇ ਨਹੀਂ ਡਿਲੇ ਕੀਤਾ ਇਹਨਾਂ ਨੇ ਆਰਡਰ ਨੂੰ ਲਾਗੂ। ਤੁਸੀਂ ਮੇਰੀ ਮਦਦ ਕਰੋ, ਮੈਂ ਅੱਜ ਡਿਫਾਮੇਸ਼ਨ ਪਾ ਦਿੰਦਾ ਜੀ, ਜਿਹੜੇ ਅਧਿਕਾਰੀਆਂ ਤੇ ਪਾਣੀ ਹੈ। ਮੈਂ ਤਾਂ ਸਰ ਤੁਸੀਂ ਜਦੋਂ ਕਹੋਗੇ ਅਸੀਂ ਹਾਜ਼ਰ ਹਾਂ, ਲੇਕਿਨ ਤੁਸੀਂ ਮੇਰਾ ਵੋਈ ਪੁਆਇੰਟ ਲਓ, ਮੈਂ ਤੁਹਾਨੂੰ ਸਾਰੀ ਗੱਲ ਪ੍ਰੋਪਰ ਦੱਸਦਾ। ਤੁਸੀਂ ਡਿਫਾਮੇਸ਼ਨ ਪਾਣੀ ਅੱਜ ਪਾਓ ਮੇਰੇ ਤੋਂ, ਮੇਰੀ ਮਦਦ ਤਾਂ ਕਰੋ ਨਾ। ਬਿਲਕੁਲ ਤੁਹਾਡੇ ਨਾਲ ਹੈ ਜੀ। ਜੇ ਮੇਰੇ ਨਾਲ ਧੱਕਾ ਹੋਇਆ, ਮੇਰੀ ਫੈਮਿਲੀ ਰੋਲ ਕੇ ਰੱਖਤੀ ਇਹਨਾਂ ਨੇ, ਠੀਕ ਹੈ। 3 ਸਾਲ ਮੈਨੂੰ ਪਬਲਿਕਲੀ ਲੋਕ ਕਹਿੰਦੇ ਨੇ ਜੀ ਆ ਗਲਤ ਸੀ, ਤੁਸੀਂ ਗਲਤ ਸੀ। ਜੀ ਨਹੀਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਸਰ, ਜ਼ਰੂਰ ਕਰਾਂਗੇ। ਮੈਂ ਹੁਣ ਖਬਰ ਕੰਪਲੀਟ ਕਰ ਲਾਂ ਜੀ, ਆਪਣੀ ਲਾਈਵ ਚੱਲਦਾ ਪਿਆ ਇਸ ਵੇਲੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਕੋਈ ਗੱਲ ਨਹੀਂ, ਵੈਲਕਮ। ਤਾਂ ਇਹ ਸੀ ਜਸਦੀਪ ਸਿੰਘ ਹੋਣਾ ਦਾ ਪੱਖ। ਸਾਡੀ ਜਾਣਕਾਰੀ ਦੇ ਮੁਤਾਬਕ PSIEC ਘੁਟਾਲੇ ਮਾਮਲੇ ਵਿੱਚ ਹੁਣ ਤੱਕ 3 ਪਰਚੇ ਦਰਜ ਹੋਏ ਸਨ। FIR ਨੰਬਰ 57, FIR ਨੰਬਰ 85, FIR ਨੰਬਰ 87 ਤੇ ਇਹ ਪਰਚੇ 27 ਅਪ੍ਰੈਲ 2019 ਨੂੰ ਮੋਹਾਲੀ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਸਨ। ਹਾਲਾਂਕਿ ਮਾਣਯੋਗ ਅਦਾਲਤ ਵਿੱਚ ਕੁਝ ਸਮਾਂ ਬਾਅਦ ਇਹ ਪਰਚੇ ਖਾਰਜ ਜ਼ਰੂਰ ਹੋ ਗਏ, ਪਰ ਕੁਝ ਐਸੇ ਤੱਥ ਹਨ ਜੋ ਕਈ ਸਵਾਲ ਖੜੇ ਕਰਦੇ ਹਨ ਤੇ ਜਿਨ੍ਹਾਂ ਸਵਾਲਾਂ ਨੂੰ ਅਣਗੌਲਿਆ ਕਰਨਾ ਵੀ ਮੁਨਾਸਿਬ ਨਹੀਂ। ਹੁਣ ਜਿਸ FIR ਨੂੰ 100% ਝੂਠ ਦੱਸਦਿਆਂ ਜਸਦੀਪ ਸਿੰਘ ਨੇ ਕਿਹਾ ਕਿ ਉੱਥੇ ਪ੍ਰੋਡਕਸ਼ਨ ਹੋ ਰਹੀ ਸੀ, ਕੰਸਟਰਕਸ਼ਨ ਹੋਈ ਹੈ ਤੇ 1.5 ਲੱਖ ਰੁਪਏ ਬਿੱਲ ਭਰਿਆ ਜਾ ਰਿਹਾ ਹੈ ਬਿਜਲੀ ਦਾ, ਉਹ ਦਰਅਸਲ ਕੋਸ਼ਿਸ਼ ਕਰ ਰਹੇ ਨੇ FIR ਨੰਬਰ 57 ਨੂੰ ਝੁਠਲਾਉਣ ਦੀ, ਕਿਉਂਕਿ ਉਹ FIR ਜਸਦੀਪ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਦੇ ਖਿਲਾਫ ਦਰਜ ਹੋਈ ਸੀ। ਇੱਥੇ ਜਸਦੀਪ ਸਿੰਘ ਮੋਹਾਲੀ ਦੇ ਫੇਜ਼ 9 ਫੋਕਲ ਪੁਆਇੰਟ ਦੇ ਪਲਾਟ ਨੰਬਰ 234 ਬਾਰੇ ਗੱਲ ਕਰ ਰਹੇ ਨੇ, ਜਦਕਿ ਉਹਨਾਂ ਨੇ 2 ਹੋਰ ਪਰਚਿਆਂ ਵਿੱਚ ਸ਼ਾਮਲ 2 ਹੋਰ ਪਲਾਟਾਂ ਦਾ ਜ਼ਿਕਰ ਹੀ ਨਹੀਂ ਕੀਤਾ ਤੇ ਗੱਲ ਗੋਲਮੋਲ ਕਰਕੇ, ਜਿਨ੍ਹਾਂ ਵਿੱਚ ਮੋਹਾਲੀ ਦੇ ਫੇਜ਼ 8B ਫੋਕਲ ਪੁਆਇੰਟ ਦੇ ਪਲਾਟ ਨੰਬਰ D 206 ਅਤੇ C 177 ਸ਼ਾਮਲ ਹਨ।
ਹੁਣ ਗੱਲ ਕਰਦੇ ਹਾਂ ਮੋਹਾਲੀ ਦੇ ਫੇਜ਼ 9 ਦੇ ਫੋਕਲ ਪੁਆਇੰਟ ਦੇ ਪਲਾਟ ਨੰਬਰ 234 ਦੀ, ਜਿਸ ਬਾਰੇ ਜਸਦੀਪ ਸਿੰਘ ਉਹਨਾਂ ਨੇ ਸਫਾਈ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਂ ਸਫਾਈ ਦੇ ਰਹੇ ਸੀ। ਹੁਣ ਸਾਡੇ ਸੂਤਰਾਂ, ਸਾਡੇ ਸਬੂਤਾਂ ਅਤੇ ਤੱਥਾਂ ਮੁਤਾਬਕ ਉਹ ਸਫਾਈ ਵੀ ਸਰਾਸਰ ਝੂਠ ਹੈ। ਉਹ ਕਿਵੇਂ, ਉਹ ਵੀ ਗੌਰ ਦੇ ਨਾਲ ਸੁਣੋ। ਹਾਲਾਂਕਿ ਮੋਹਾਲੀ ਦੇ ਫੇਜ਼ 9 ਫੋਕਲ ਪੁਆਇੰਟ ਦਾ ਪਲਾਟ ਨੰਬਰ 234 ਮਨਪ੍ਰੀਤ ਕੌਰ ਦੇ ਨਾਮ ਹੈ, ਪਰ ਸਾਡੀ ਜਾਣਕਾਰੀ ਅਤੇ ਸੂਤਰਾਂ ਮੁਤਾਬਕ ਪਲਾਟ ਨੰਬਰ 234 ਫੋਕਲ ਪੁਆਇੰਟ ਫੇਜ਼ 9 ਮੋਹਾਲੀ ਦਾ ਸੌਦਾ ਮਨਪ੍ਰੀਤ ਕੌਰ ਦੇ ਪਤੀ ਜਸਦੀਪ ਸਿੰਘ ਵੱਲੋਂ ਨਾਲ ਲੱਗਦੇ ਪਲਾਟ ਨੰਬਰ 233 ਵਿੱਚ ਚੱਲ ਰਹੀ ਫਰਮ ਨਰੂਲਾ ਮਕੈਨੀਕਲ ਵਰਕਸ ਦੇ ਮਾਲਕ ਨਾਲ ਕਰੀਬ 2015 ਤੋਂ 2017 ਦੇ ਦਰਮਿਆਨ ਕੀਤਾ ਗਿਆ ਸੀ। ਜਸਦੀਪ ਸਿੰਘ ਵੱਲੋਂ ਇਹ ਸੌਦਾ ਆਪਣੇ ਇੱਕ ਰਿਸ਼ਤੇਦਾਰ ਰਾਜਵੰਤ ਸਿੰਘ ਦੇ ਰਾਹੀਂ ਕੀਤਾ ਗਿਆ ਸੀ। ਜ਼ੁਬਾਨੀ ਤੌਰ ਤੇ ਇਹ ਸੌਦਾ ਕਰਕੇ ਪੈਸਿਆਂ ਦਾ ਲੈਣ ਦੇਣ ਤਾਂ ਉਦੋਂ ਹੀ ਹੋ ਗਿਆ ਸੀ, ਪਰ ਕਾਗਜ਼ੀ ਤੌਰ ਉਤੇ ਮੁਕੰਮਲ ਕੰਮ ਜਾਂ ਕਹੀਏ 100% ਦੀ ਸ਼ੇਅਰ ਟ੍ਰਾਂਸਫਰ ਨਹੀਂ ਕਰਵਾਏ ਗਏ ਉਦੋਂ, ਜੋ ਕਿ PSIEC ਦੇ ਰਿਕਾਰਡ ਵਿੱਚ ਚੈੱਕ ਵੀ ਕੀਤਾ ਜਾ ਸਕਦਾ ਹੈ, ਬਸ਼ਰਤੇ ਉਹ ਰਿਕਾਰਡ ਦੀਮਕ ਨੇ ਨਾ ਖਾਇਆ ਹੋਵੇ। ਇਸ ਸਭ ਤੋਂ ਬਾਅਦ ਜਸਦੀਪ ਸਿੰਘ ਨੇ ਇਸ ਸੌਦੇ ਦਾ ਫਾਇਦਾ ਚੁੱਕਦਿਆਂ ਨਰੂਲਾ ਮਕੈਨੀਕਲ ਵਰਕਸ ਦੀ ਪ੍ਰੋਡਕਸ਼ਨ, ਉਸ ਦੀ ਕੰਸਟਰਕਸ਼ਨ ਅਤੇ ਬਿਜਲੀ ਦੇ ਬਿੱਲਾਂ ਨੂੰ ਆਪਣਾ ਦਿਖਾ ਕੇ PSIEC ਅਤੇ ਸਰਕਾਰਾਂ ਨੂੰ ਗੁੰਮਰਾਹ ਕੀਤਾ ਅਤੇ ਮੋਟਾ ਮਾਲੀਆ ਚੂਨਾ ਵੀ ਲਗਾਇਆ, ਜਿਸ ਦਾ ਇੱਕ ਸਬੂਤ ਸਤੰਬਰ 2017 ਦਾ ਇਹ ਬਿਜਲੀ ਦਾ ਬਿੱਲ ਹੈ, ਜੋ ਕਿ PSPCL ਦੇ ਰਿਕਾਰਡ ਮੁਤਾਬਕ ਨਰੂਲਾ ਮਕੈਨੀਕਲ ਵਰਕਸ ਦਾ ਹੈ। ਇਸ ਬਿੱਲ ਵਿੱਚ ਉਪਭੋਗਤਾ ਦਾ ਨਾਮ ਬੇਸ਼ੱਕ ਮਨਪ੍ਰੀਤ ਕੌਰ ਹੈ, ਪਰ ਜੇਕਰ PSIEC ਜਾਂ ਫਿਰ ਵਿਜੀਲੈਂਸ ਇਸ ਦੀ ਅਦਾਇਗੀ ਦੀ ਜਾਂਚ ਕਰੇ ਤਾਂ ਚੈੱਕ ਰਾਹੀਂ ਇਸ ਬਿੱਲ ਦਾ ਭੁਗਤਾਨ ਨਰੂਲਾ ਮਕੈਨੀਕਲ ਵਰਕਸ ਵੱਲੋਂ ਕੀਤਾ ਗਿਆ ਹੈ। ਜਾਂ ਫਿਰ ਦੂਜੇ ਤਰੀਕੇ ਮਨਪ੍ਰੀਤ ਕੌਰ ਆਪਣੀ ਬੈਂਕ ਸਟੇਟਮੈਂਟ ਤੋਂ ਇਹ ਸਾਬਤ ਕਰ ਸਕਦੇ ਨੇ ਕਿ ਕਦੋਂ ਤੋਂ ਕਦੋਂ ਤੱਕ ਅਤੇ ਕਿਹੜੇ ਮਹੀਨੇ ਕਿੰਨੇ ਲੱਖ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਉਹਨਾਂ ਵੱਲੋਂ PSPCL ਨੂੰ ਕੀਤਾ ਗਿਆ ਹੈ। ਹੁਣ ਇਸ ਬਿੱਲ ਦੀ ਕੁਝ ਪੜਤਾਲ ਅਸੀਂ ਆਪਣੇ ਵੱਲੋਂ ਵੀ ਕੀਤੀ। ਤੁਹਾਡੀ ਸਕਰੀਨ ਉੱਤੇ ਇਸ ਵੇਲੇ ਇੱਕ ਤਸਵੀਰ ਨਜ਼ਰ ਆ ਰਹੀ ਹੋਵੇਗੀ। ਜਦੋਂ ਵੀ PSPCL ਦੀ ਆਨਲਾਈਨ ਵੈਬਸਾਈਟ 'ਤੇ ਤੁਸੀਂ ਜਾ ਕੇ ਬਿੱਲ ਦਾ ਭੁਗਤਾਨ ਕਰਦੇ ਹੋ ਤਾਂ ਉੱਥੇ ਤੁਹਾਨੂੰ ਆਪਣਾ ਕੰਜ਼ਿਊਮਰ ਅਕਾਊਂਟ ਨੰਬਰ ਪਾਉਣਾ ਪੈਂਦਾ ਹੈ। ਕੰਜ਼ਿਊਮਰ ਅਕਾਊਂਟ ਨੰਬਰ ਉਸ ਬਿੱਲ ਦੇ ਵਿੱਚ ਵੀ ਦਿੱਤਾ ਗਿਆ ਹੈ, ਜੋ ਨੰਬਰ ਹੈ 3002953219। ਜਦੋਂ ਇਹ ਨੰਬਰ ਐਂਟਰ ਕੀਤਾ ਜਾਂਦਾ ਹੈ ਤੇ ਬਿੱਲ ਭਰਨ ਨੂੰ ਤੁਸੀਂ ਅੱਗੇ ਪ੍ਰੋਸੀਡ ਕਰੋ ਤਾਂ ਅੱਗੇ ਕੰਜ਼ਿਊਮਰ ਨੇਮ ਜੋ ਇਸ ਬਿੱਲ ਦੇ ਵਿੱਚ ਵੀ ਦਿੱਤਾ ਗਿਆ ਹੈ ਉਹ ਆਉਂਦਾ ਹੈ ਮਿਸਿਸ ਮਨਪ੍ਰੀਤ ਕੌਰ। ਅੱਗੇ ਹੁਣ ਹੈਰਾਨੀ ਵਾਲੀ ਗੱਲ ਦੇਖੋ, ਥੱਲੇ ਜਿਹੜਾ ਮਿਸਿਸ ਮਨਪ੍ਰੀਤ ਕੌਰ ਦਾ ਜਿਹੜਾ ਇਹ ਬਿੱਲ ਦਿਖਾਇਆ ਜਾਂਦਾ ਹੈ ਜਾਂ ਕੰਜ਼ਿਊਮਰ ਨੇਮ ਆਉਂਦਾ ਹੈ, ਉਸ ਦੇ ਥੱਲੇ ਮੋਬਾਈਲ ਨੰਬਰ ਜਿਹੜਾ ਹੈ ਜਿਹਦੇ ਅਗਲੇ 2 ਅੱਖਰ 95 ਨੇ ਤੇ ਪਿਛਲੇ 3 ਅੱਖਰ 894 ਨੇ, ਉਹ ਨੰਬਰ ਕਿਸ ਦਾ ਹੈ? ਹੁਣ ਸਾਡੇ ਸੂਤਰਾਂ ਮੁਤਾਬਕ ਉਹ ਨੰਬਰ ਨਰੂਲਾ ਮਕੈਨੀਕਲ ਵਰਕਸ ਦੇ ਮਾਲਕਾਂ ਦੇ ਵਿੱਚੋਂ ਕਿਸੇ ਇੱਕ ਦਾ ਹੈ, ਕਿਉਂਕਿ ਜਿਹੜਾ ਉਹਨਾਂ ਦਾ ਮੌਜੂਦਾ ਨੰਬਰ ਵੀ ਹੈਗਾ ਉਹਦੇ ਪਿੱਛੇ ਵੀ 94 ਆਉਂਦਾ ਹੈ। ਉਸ ਤੋਂ ਬਾਅਦ ਉਸ ਤੋਂ ਨੰਬਰ ਤੋਂ ਥੱਲੇ ਜਿਹੜਾ ਈਮੇਲ ID ਦਿੱਤਾ ਗਿਆ ਹੈ, ਹੁਣ ਮਨਪ੍ਰੀਤ ਕੌਰ ਕੰਜ਼ਿਊਮਰ ਹੈ ਜਾਂ ਕੰਜ਼ਿਊਮਰ ਨੇ ਮਨਪ੍ਰੀਤ ਕੌਰ ਹੈ, ਤਾਂ ਫਿਰ ਮਨਪ੍ਰੀਤ ਕੌਰ ਨੇ ਆਪਣੇ ਕੰਜ਼ਿਊਮਰ ਡਿਟੇਲ ਦੇ ਵਿੱਚ ਅਕਾਊਂਟ ਨੰਬਰ ਦੇ ਵਿੱਚ ਨਰੂਲਾ ਹੋਣਾ ਦਾ ਈਮੇਲ ID ਕਿਉਂ ਪਾਇਆ ਹੈ? ਇਹ ਅਸੀਂ ਨਹੀਂ ਕਹਿ ਰਹੇ, ਇਹ ਬਿੱਲ ਦੇ ਵਿੱਚ PSPCL ਦਾ ਜਿਹੜਾ ਰਿਕਾਰਡ ਹੈ ਉਹ ਕਹਿ ਰਿਹਾ ਹੈ। ਹੁਣ ਥੱਲੇ ਤੁਸੀਂ ਦੇਖੋ ਤੀਜੇ ਨੰਬਰ 'ਤੇ NARUL, ਉਸ ਤੋਂ ਬਾਅਦ ਅੱਗੇ ਕ੍ਰਾਸ ਅੱਗੇ o.co.in। ਸਾਡੇ ਮੁਤਾਬਕ ਇਹ ਨਰੂਲਾ ਹੋਣਾ ਦੀ yahoo.co.in ਈਮੇਲ ID ਹੈ। ਹੁਣ ਇਹ ਸਵਾਲ ਹੈ ਕਿ ਆਖਰ ਇਹ ਈਮੇਲ ID ਮਨਪ੍ਰੀਤ ਕੌਰ ਦੇ ਕੰਜ਼ਿਊਮਰ ਨੇਮ ਦੇ ਨਾਲ ਕਿਵੇਂ ਜੁੜੀ ਹੋਈ ਹੈ? ਹੁਣ ਸਿੱਧੇ ਤੌਰ 'ਤੇ ਜਾਂ ਮਨਪ੍ਰੀਤ ਕੌਰ ਹੁਣੀ ਝੂਠ ਬੋਲ ਰਹੇ ਨੇ, ਜਸਦੀਪ ਸਿੰਘ ਦੇ ਧਰਮ ਪਤਨੀ ਝੂਠ ਬੋਲ ਰਹੇ ਨੇ, ਤੇ ਜਾਂ ਫਿਰ ਝੂਠ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਨਾਮ ਸਿਰਫ ਮਨਪ੍ਰੀਤ ਕੌਰ ਦਾ ਹੈ, ਯਾਨੀ ਕਿ ਪ੍ਰੋਡਕਸ਼ਨ ਦਿਖਾਉਣ ਦੀ ਕੋਸ਼ਿਸ਼ ਹੈ, ਪਰ ਅਸਲ ਦੇ ਵਿੱਚ ਪ੍ਰੋਡਕਸ਼ਨ ਕਰ ਰਹੇ ਨੇ ਨਰੂਲਾ ਮਕੈਨੀਕਲ ਵਰਕਸ ਵਾਲੇ। ਖੈਰ, ਨਾਲ ਇਹ ਵੀ ਜ਼ਰੂਰ ਦੱਸਿਆ ਜਾਵੇ ਕਿ ਪਲਾਟ ਨੰਬਰ 234 ਵਿੱਚ ਕਿਸ ਚੀਜ਼ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਸੀ ਮਨਪ੍ਰੀਤ ਕੌਰ ਜੀ ਹੋਣਾ ਵੱਲੋਂ, ਅਤੇ ਪ੍ਰੋਡਕਸ਼ਨ ਫਰਮ ਦਾ GST ਨੰਬਰ ਕੀ ਸੀ, ਇਹ ਦੱਸਣ ਕੀ ਗੁਰੇਜ਼ ਹੈ ਉਹਨਾਂ ਨੂੰ, ਦੱਸ ਸਕਦੇ ਨੇ। ਪ੍ਰੋਡਕਸ਼ਨ ਲਈ ਰॉ ਮਟੀਰੀਅਲ ਕਿੱਥੋਂ ਆਉਂਦਾ ਸੀ ਉਹ ਵੀ ਦੱਸਣ, ਲੇਕਿਨ ਬਿੱਲਾਂ ਦੇ ਸਣੇ। ਹੁਣ ਸਵਾਲ ਇਹ ਵੀ ਹੈ ਕਿ ਜੇਕਰ ਮਨਪ੍ਰੀਤ ਕੌਰ ਜਾਂ ਉਹਨਾਂ ਦੇ ਪਤੀ ਜਸਦੀਪ ਸਿੰਘ ਦੀ ਗੱਲ ਨੂੰ ਸਹੀ ਮੰਨਿਆ ਜਾਵੇ ਤਾਂ ਫਿਰ ਮੋਹਾਲੀ ਫੇਜ਼ 11 ਦੇ ਪੁਲਿਸ ਥਾਣੇ ਵਿੱਚ 27 ਅਪ੍ਰੈਲ 2019 ਨੂੰ
ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਨੂੰ ਆਧਾਰ ਬਣਾ ਕੇ PSIEC ਵੱਲੋਂ FIR ਨੰਬਰ 57 ਦਰਜ ਕਿਉਂ ਕਰਵਾਈ ਗਈ? ਬੜਾ ਵੱਡਾ ਸਵਾਲ ਹੈ। ਪਰ ਇੱਥੇ 2019 ਵਿੱਚ ਵਿਜੀਲੈਂਸ ਵੱਲੋਂ ਕੀਤੀ ਇਨਕੁਆਇਰੀ ਅਤੇ ਸਾਡੇ ਵੱਲੋਂ ਸੂਤਰਾਂ ਰਾਹੀਂ ਇਕੱਠੇ ਕੀਤੇ ਤੱਥ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ FIR ਨੰਬਰ 57 ਬਿਲਕੁਲ ਸਹੀ ਹੈ, ਕਿਉਂਕਿ ਇਸ FIR ਵਿੱਚ PSIEC ਦੇ ਤਤਕਾਲੀ SDE ਸੰਦੀਪ ਸਿੰਘ ਦੀ ਰਿਪੋਰਟ ਮੁਤਾਬਕ ਇਹ ਯੂਨਿਟ ਕਦੇ ਪ੍ਰੋਡਕਸ਼ਨ ਵਿੱਚ ਨਹੀਂ ਆਇਆ ਅਤੇ ਦਫ਼ਤਰ ਜ਼ਿਲ੍ਹਾ ਉਦਯੋਗ ਕੇਂਦਰ ਮੋਹਾਲੀ ਦੇ ਤਤਕਾਲੀ ਫੰਕਸ਼ਨਲ ਮੈਨੇਜਰ ਨੀਰਜ ਠਾਕੁਰ ਦੇ ਬਿਆਨ ਮੁਤਾਬਕ ਵੀ ਇਸ ਪਲਾਟ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ। ਸਿਰਫ ਇਸ ਪਲਾਟ ਦਾ ਹੀ ਨਹੀਂ, ਬਾਕੀ ਜੋ ਪਰਚੇ ਹੋਏ ਨੇ FIR ਨੰਬਰ 85 ਤੇ 87 ਉਹਨਾਂ ਦੋਨਾਂ ਦਾ ਵੀ, ਜਿਸ ਗੱਲ ਦੀ ਪੁਸ਼ਟੀ ਖੁਦ ਵਿਜੀਲੈਂਸ ਵੱਲੋਂ 27/4/2019 ਨੂੰ ਦਰਜ ਵੱਖ-ਵੱਖ FIRਾਂ ਦੇ ਵਿੱਚ 57, 87 ਤੇ 85 ਦੇ ਵਿੱਚ ਕੀਤਾ ਵੀ ਗਿਆ ਹੈ। ਇੱਥੇ ਕਈ ਸਵਾਲ ਨੇ। ਜੇਕਰ ਮੋਹਾਲੀ ਫੇਜ਼ 9 ਫੋਕਲ ਪੁਆਇੰਟ ਦੇ ਪਲਾਟ ਨੰਬਰ 234 ਦੀ ਮਾਲਕਨ ਮੈਡਮ ਮਨਪ੍ਰੀਤ ਕੌਰ ਜਾਂ ਉਹਨਾਂ ਦੇ ਪਤੀ ਜਸਦੀਪ ਸਿੰਘ ਦੀ ਮੰਨੀਏ ਤਾਂ ਕੰਸਟਰਕਸ਼ਨ ਵੀ ਹੋਈ, ਪ੍ਰੋਡਕਸ਼ਨ ਵੀ ਹੋਈ ਤੇ 1.5 ਲੱਖ ਰੁਪਏ ਮਹੀਨੇ ਦਾ ਕਰੀਬਨ ਬਿਜਲੀ ਦੇ ਬਿੱਲ ਦਾ ਭੁਗਤਾਨ ਵੀ ਉਹਨਾਂ ਵੱਲੋਂ ਕੀਤਾ ਗਿਆ। ਅਜਿਹੀ ਸੂਰਤ ਵਿੱਚ FIR ਨਹੀਂ ਹੋਣੀ ਚਾਹੀਦੀ ਸੀ। ਫਿਰ PSIEC ਦੇ ਅਧਿਕਾਰੀਆਂ ਵੱਲੋਂ FIR ਆਖਰ ਕਿਉਂ ਕਰਵਾਈ ਗਈ? ਦੂਜਾ ਸਵਾਲ, ਜੇ PSIEC ਦੇ ਤਤਕਾਲੀ SDE ਸੰਦੀਪ ਸਿੰਘ ਦੀ ਰਿਪੋਰਟ ਦੇਖੀਏ, ਦਫ਼ਤਰ ਜ਼ਿਲ੍ਹਾ ਉਦਯੋਗ ਕੇਂਦਰ ਮੋਹਾਲੀ ਦੇ ਫੰਕਸ਼ਨਲ ਮੈਨੇਜਰ ਨੀਰਜ ਠਾਕੁਰ ਦੇ ਬਿਆਨ ਦੇਖੀਏ, ਫਿਰ ਵਿਜੀਲੈਂਸ ਵੱਲੋਂ ਕੀਤੀ ਪੜਤਾਲ ਮੰਨੀਏ ਜਾਂ ਹੁਣ ਸਾਡੇ ਵੱਲੋਂ ਕੀਤੀ ਪੜਤਾਲ ਵਿੱਚ ਸਾਹਮਣੇ ਆਏ ਸਬੂਤ ਅਤੇ ਤੱਥ ਜੋ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਉਹ ਦੇਖੀਏ ਤਾਂ ਉਸ ਤੋਂ ਇੰਝ ਲੱਗਦਾ ਹੈ ਕਿ ਇਹਨਾਂ ਉੱਤੇ ਹੋਏ ਪਰਚੇ ਬਿਲਕੁਲ ਸੱਚੇ ਸਨ ਅਤੇ ਜਸਦੀਪ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਵੱਲੋਂ ਮੋਹਾਲੀ ਫੇਜ਼ 9 ਫੋਕਲ ਪੁਆਇੰਟ ਦੇ ਪਲਾਟ ਨੰਬਰ 234 ਉੱਤੇ ਦਿਖਾਈ ਗਈ ਪ੍ਰੋਡਕਸ਼ਨ ਬਿਲਕੁਲ ਝੂਠੀ। ਜੇਕਰ ਕੰਸਟਰਕਸ਼ਨ ਝੂਠੀ ਸੀ, ਪ੍ਰੋਡਕਸ਼ਨ ਝੂਠੀ ਸੀ ਅਤੇ ਬਿਜਲੀ ਦੇ ਬਿੱਲ ਮਨਪ੍ਰੀਤ ਕੌਰ ਵੱਲੋਂ ਨਹੀਂ ਭਰੇ ਗਏ ਤਾਂ ਫਿਰ PSIEC ਦੀ ਪਾਲਿਸੀ ਮੁਤਾਬਕ ਪਲਾਟ ਕੈਂਸਲ ਹੋਣੇ ਚਾਹੀਦੇ ਸੀ। ਉਹ ਸਾਰੇ ਪਲਾਟ ਕੈਂਸਲ ਕਿਉਂ ਨਹੀਂ ਕੀਤੇ ਗਏ? ਇਹ ਵੀ ਬੜਾ ਵੱਡਾ ਸਵਾਲ ਹੈ। ਤੇ ਦੂਜੇ ਪਾਸੇ ਪਰਚੇ ਜੋ ਰੱਦ ਨਹੀਂ ਹੋਣੇ ਚਾਹੀਦੇ ਸੀ, ਉਹ ਆਖਰ ਰੱਦ ਕਿਵੇਂ ਹੋ ਗਏ? PSIEC ਦੀ ਪਾਲਿਸੀ ਮੁਤਾਬਕ ਜਿਸ ਪਲਾਟ ਉੱਤੇ ਪ੍ਰੋਡਕਸ਼ਨ ਸ਼ੁਰੂ ਨਾ ਹੋਈ ਹੋਵੇ, ਉਸ ਪਲਾਟ ਦੀ ਅਲਾਟਮੈਂਟ ਨੂੰ PSIEC ਵੱਲੋਂ ਰੱਦ ਕੀਤਾ ਜਾਂਦਾ ਹੈ। ਜੇਕਰ ਕਿਸੇ ਪਲਾਟ ਮਾਲਕ ਨੇ ਪਲਾਟ ਦੀ ਅਲਾਟਮੈਂਟ ਨੂੰ ਰੱਦ ਹੋਣ ਤੋਂ ਬਚਾਉਣਾ ਹੋਵੇ ਤਾਂ ਪੈਨਲਟੀ ਫੀਸ ਭਰਨੀ ਪੈਂਦੀ ਹੈ। ਹੁਣ ਇੱਥੇ ਇੱਕ ਡਰਾਮਾ ਹੋਰ ਹੋਇਆ, ਡਰਾਮਾ ਬਿਲਕੁਲ, ਕਿ ਜਸਦੀਪ ਸਿੰਘ ਹੋਣਾ ਮੁਤਾਬਕ ਉਹਨਾਂ ਦੀ ਪ੍ਰੋਡਕਸ਼ਨ ਤਾਂ ਹੋ ਰਹੀ ਸੀ ਜਿਸ ਦਾ ਅੱਜ ਤੱਕ ਪਤਾ ਹੀ ਨਹੀਂ, ਕੋਈ ਸਬੂਤ ਨਹੀਂ ਹੈਗਾ। ਪਰ ਫਿਰ ਕਿਉਂ ਜਸਦੀਪ ਸਿੰਘ ਹੋਣਾ ਵੱਲੋਂ ਪਲਾਟਾਂ ਦੀ ਅਲਾਟਮੈਂਟ ਨੂੰ ਰੱਦ ਹੋਣ ਤੋਂ ਬਚਾਉਣ ਲਈ ਪੈਨਲਟੀ ਫੀਸ ਭਰੀ ਗਈ? ਫਿਰ ਕਿਉਂ ਭਰੀ? ਜੇ ਪ੍ਰੋਡਕਸ਼ਨ ਹੋ ਰਹੀ ਸੀ ਫਿਰ ਫੀਸ ਭਰਨ ਦੀ ਲੋੜ ਕੀ ਸੀ? ਪੈਨਲਟੀ ਫੀਸ ਕਿਉਂ ਭਰੀ? ਅਤੇ ਬਾਅਦ ਦੇ ਵਿੱਚ ਉਹ ਪੈਨਲਟੀ ਫੀਸ ਵਾਪਸ ਵੀ ਲੈ ਲਈ ਗਈ। ਡਰਾਮਾ ਹੀ ਹੋਇਆ ਇਹ, ਹੋਰ ਕੀ ਹੋਇਆ ਫਿਰ? ਹੁਣ ਜਸਦੀਪ ਸਿੰਘ ਇੱਥੇ ਕਹਿ ਸਕਦੇ ਨੇ, ਓਬਵੀਅਸਲੀ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਹੱਕ ਹੈ, ਅਸੀਂ ਉਹਨਾਂ ਵੱਲੋਂ ਵੀ ਗੱਲ ਕਰ ਸਕਦੇ ਹਾਂ। ਹੁਣ ਜਸਦੀਪ ਸਿੰਘ ਇੱਥੇ ਕਹਿ ਸਕਦੇ ਨੇ ਕਿ ਉਹਨਾਂ ਨੇ ਪਲਾਟਾਂ ਦੀ ਅਲਾਟਮੈਂਟ ਨੂੰ ਰੱਦ ਹੋਣ ਤੋਂ ਬਚਾਉਣ ਲਈ ਪੈਨਲਟੀ ਫੀਸ ਭਰੀ ਹੈ, ਠੀਕ ਹੈ ਜੀ। ਪਰ ਆਪਣੇ ਪੱਖ ਵਿੱਚ ਜਸਦੀਪ ਸਿੰਘ ਨੇ ਕਿਹਾ ਹੈ ਕਿ ਪਰਚੇ ਮੈਨੂੰ ਬਲੈਕਮੇਲ ਕਰਨ ਲਈ ਕੀਤੇ ਗਏ ਸਨ। ਇਹ ਜਸਦੀਪ ਸਿੰਘ ਦਾ ਆਪਣਾ ਬਿਆਨ ਹੈ। ਅੱਗੇ ਜਸਦੀਪ ਸਿੰਘ ਨੇ ਕਿਹਾ ਕਿ ਬਲੈਕਮੇਲ ਉਹਨਾਂ ਨੂੰ ਤਾਂ ਕਰਦੇ, ਮਤਲਬ ਉਹਨਾਂ ਨੂੰ ਤਾਂ ਬਲੈਕਮੇਲ ਕਰਦੇ ਜੇ ਉਹਨਾਂ ਦਾ ਕੰਮ ਗਲਤ ਹੁੰਦਾ। ਜੇ ਉਹਨਾਂ ਦਾ ਕੰਮ ਹੀ ਸਹੀ ਹੈ ਤਾਂ ਉਹ ਬਲੈਕਮੇਲ ਕਿਉਂ ਹੋਣ? ਤਾਂ ਫਿਰ ਜੇ ਤੁਸੀਂ ਬਲੈਕਮੇਲ ਹੋਏ ਨਹੀਂ, ਤੁਸੀਂ ਪੈਨਲਟੀ ਫੀਸ ਕਿਉਂ ਭਰੀ ਹੈ? ਜੇ ਪ੍ਰੋਡਕਸ਼ਨ ਸਹੀ ਸੀ, ਤੁਸੀਂ ਪੈਨਲਟੀ ਫੀਸ ਕਿਉਂ ਭਰੀ ਹੈ? ਇਹ ਤਾਂ ਤੁਸੀਂ ਖੁਦ ਮੰਨਿਆ, ਜਸਦੀਪ ਸਿੰਘ ਨੇ ਖੁਦ ਮੰਨਿਆ ਹੈ ਕਿ ਉਹਨਾਂ ਨੂੰ ਬਲੈਕਮੇਲ ਕਰਨ ਲਈ ਇਹ ਕੀਤਾ ਗਿਆ ਸੀ। ਹੁਣ ਅੱਗੇ ਆਓ, ਪਰ ਜੇਕਰ ਉਹ ਸੱਚੇ ਸੀ ਜਾਂ ਉਹਨਾਂ ਦੀ ਪ੍ਰੋਡਕਸ਼ਨ ਵੀ ਸੱਚੀ ਸੀ ਤਾਂ ਫਿਰ ਉਹਨਾਂ ਨੇ ਪੈਨਲਟੀ ਫੀਸ ਕਿਉਂ ਭਰੀ? ਜਿਵੇਂ ਅਸੀਂ ਪਹਿਲਾਂ ਵੀ ਸਵਾਲ ਕੀਤਾ ਹੈ, ਹੁਣ ਤੁਹਾਨੂੰ ਉਹ ਕਬੂਲਨਾਮਾ ਸੁਣਾਉਂਦੇ ਹਾਂ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਸਦੀਪ ਸਿੰਘ ਦੀ ਪ੍ਰੋਡਕਸ਼ਨ ਵਾਲੀ ਗੱਲ ਬਿਲਕੁਲ ਝੂਠ ਹੈ ਤੇ ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਮਗਰੋਂ PSIEC ਵੱਲੋਂ ਦਰਜ ਕਰਵਾਏ ਪਰਚੇ ਬਿਲਕੁਲ ਸਹੀ। ਇਹ ਰਿਕਾਰਡਿੰਗ ਜਾਂ ਇਹ ਸਬੂਤ ਹੁਣ ਤੱਕ ਸ਼ਾਇਦ ਨਾ ਤਾਂ ਪੁਲਿਸ ਕੋਲ, ਨਾ ਵਿਜੀਲੈਂਸ ਕੋਲ ਜਾਂ PSIEC ਦੇ ਕਿਸੇ ਅਧਿਕਾਰੀ ਕੋਲ ਵੀ ਨਹੀਂ ਹੈ, ਜੋ ਸਬੂਤ ਅਸੀਂ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨ ਲੱਗੇ ਹਾਂ। ਇਹ ਹੈ ਉਸ ਬੰਦੇ ਦਾ ਕਬੂਲਨਾਮਾ
ਜਿਸ ਤੋਂ ਜਸਦੀਪ ਸਿੰਘ ਹੁਣਾਂ ਵੱਲੋਂ ਪ੍ਰੋਡਕਸ਼ਨ ਦੇ ਜਾਲੀ ਸਰਟੀਫਿਕੇਟ ਬਣਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾਂਦਾ ਸੀ। ਤੁਸੀਂ ਇੱਕ ਵਾਰ ਉਹ ਆਡੀਓ ਸੁਣੋ, ਕਬੂਲਨਾਮਾ, ਉਸ ਤੋਂ ਬਾਅਦ ਅੱਗੇ ਗੱਲ ਕਰਾਂਗੇ। ਯਾਰ ਵੀ ਇਹਨੇ ਤੁਹਾਨੂੰ ਬੋਲ ਕੇ ਬਣਾਇਆ ਸੀ ਨਾ, ਝੂਠ ਹੈ ਵੀ ਇਹ ਪ੍ਰੋਡਕਸ਼ਨ ਦਾ ਹੁੰਦੀ ਨਹੀਂ ਸੀ, ਉੱਥੇ ਸਰਟੀਫਿਕੇਟ ਬਣਾ ਲਿਆ ਸੀਗਾ। ਤੁਹਾਡੀ ਥੋੜੀ ਆਵਾਜ਼ ਕਰਦੀ ਕੀ ਕਹਿੰਦੇ ਹੋ? ਮੈਂ ਕਿਹਾ ਵੀ ਤੁਹਾਡੇ ਤੇ ਨੇ ਜਿਹੜਾ ਪ੍ਰੋਡਕਸ਼ਨ ਦਾ ਸਰਟੀਫਿਕੇਟ ਬਣਾਇਆ ਸੀ ਨਾ, ਡਿਪਲੋਟ ਨੰਬਰ D206/820 ਦਾ ਤੇ 170/820 ਦਾ ਪ੍ਰੋਡਕਸ਼ਨ ਤਾਂ ਉੱਥੇ ਹੁੰਦੀ ਨਹੀਂ ਸੀਗੀ, ਉੱਥੇ ਕੁਝ ਨਹੀਂ ਬਣਿਆ ਸੀ ਨਾ, ਤੁਸੀਂ ਤਾਂ ਇਹਦੇ ਵਿਸ਼ਵਾਸ ਤੇ ਬਣਾਤਾ ਸੀਗਾ। ਇਹਦਾ ਨਾ ਐਕਚੁਅਲੀ ਇਹਨੇ ਨਾਮ ਮੈਂ ਕਹਿੰਦਾ ਨਾਮ ਤੁਹਾਨੂੰ ਪੁੱਛ ਰਿਹਾ ਸੀ, ਫਿਰ ਉਹਦੇ ਵਿੱਚ ਭਾਜੀ ਉਹ ਜਿਹੜੇ ਇੰਸਪੈਕਟਰ ਨੇ ਦੇਖਿਆ ਨਹੀਂ ਕੁਝ ਨਹੀਂ ਹੈ, ਉਹ ਤੇ ਰਹੀ ਫਸਦਾ ਨਾ। ਨਹੀਂ ਉਹ ਸਾਰੇ ਅਸੀਂ ਤੁਸੀਂ ਤਾਂ ਜੋ ਸੱਚ ਦੱਸਣਾ ਨਾ। ਤਾਂ ਇਹ ਸੀ ਉਸ ਬੰਦੇ ਦਾ ਕਬੂਲਨਾਮਾ ਜਿਸ ਤੋਂ ਜਸਦੀਪ ਸਿੰਘ ਨੇ ਜਾਲੀ ਪ੍ਰੋਡਕਸ਼ਨ ਸਰਟੀਫਿਕੇਟ ਬਣਵਾਏ ਸੀ। ਇਸ ਆਡੀਓ ਵਿੱਚ ਸਰਟੀਫਿਕੇਟ ਬਣਾਉਣ ਵਾਲਾ ਇਹ ਵੀ ਕਹਿ ਰਿਹਾ ਹੈ ਕਿ ਜੇ ਮੈਂ ਸੱਚ ਬੋਲਿਆ ਤਾਂ PSIEC ਦੇ ਇੰਸਪੈਕਸ਼ਨ ਕਰਨ ਵਾਲੇ ਇੰਸਪੈਕਟਰ ਜਾਂ ਅਧਿਕਾਰੀ ਵੀ ਫਸ ਜਾਣਗੇ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਪ੍ਰੋਡਕਸ਼ਨ ਅੱਜ ਤੱਕ ਹੋਈ ਹੀ ਨਹੀਂ, ਸਭ ਕੁਝ ਜਾਲੀ ਸਰਟੀਫਿਕੇਟਾਂ ਦੀ ਅਤੇ PSIEC ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗੜਬੜ ਘੁਟਾਲਾ ਚੱਲ ਰਿਹਾ ਸੀ। ਇਹ ਤਾਂ ਸੀ ਇੱਕ ਸਬੂਤ। ਸਾਡੇ ਕੋਲ ਇੱਕ ਹੋਰ ਮੌਕੇ ਦਾ ਗਵਾਹ ਵੀ ਹੈ, ਜਿਸ ਗਵਾਹ ਉੱਤੇ ਹੁਣ ਝੂਠਾ ਪਰਚਾ ਦਰਜ ਕਰਵਾਉਣ ਦੀਆਂ ਸਾਜ਼ਿਸ਼ਾਂ ਵੀ ਘੜੀਆਂ ਜਾ ਰਹੀਆਂ ਨੇ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਆ ਰਹੀਆਂ ਨੇ। ਇੱਕ ਹੋਰ ਛੋਟਾ ਜਿਹਾ ਪਰ ਦਿਲਚਸਪ ਕਿੱਸਾ ਤੁਹਾਨੂੰ ਸੁਣਾਉਂਦੇ ਹਾਂ। ਪਰਚੇ ਤਾਂ ਰੱਦ ਹੋ ਗਏ, ਪਰ ਪਰਚੇ ਰੱਦ ਹੋਣ ਦੀ ਕਹਾਣੀ ਨਾਲ ਇੱਕ ਵੱਡਾ ਇਤਫਾਕ ਵੀ ਜੁੜਿਆ ਹੋਇਆ ਹੈ। ਸਾਡੇ ਸੂਤਰਾਂ ਮੁਤਾਬਕ ਪਰਚੇ ਦੀ ਆੜ ਦੇ ਵਿੱਚ 24 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਹੈ। ਹਾਲਾਂਕਿ ਜਸਦੀਪ ਸਿੰਘ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ, ਪਰ ਇਹ ਜ਼ਰੂਰ ਮੰਨਿਆ ਹੈ ਕਿ ਪਰਚੇ ਸਿਰਫ ਉਹਨਾਂ ਨੂੰ ਬਲੈਕਮੇਲ ਕਰਨ ਦੇ ਲਈ ਕੁਝ ਅਧਿਕਾਰੀਆਂ ਤੇ ਅਫਸਰਾਂ ਵੱਲੋਂ ਕਰਵਾਏ ਗਏ ਸੀ। ਯਾਨੀ ਕਿ FIR ਦੀ ਆੜ ਵਿੱਚ ਜਸਦੀਪ ਸਿੰਘ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਇਹ ਖੁਦ ਜਸਦੀਪ ਸਿੰਘ ਨੇ ਮੰਨਿਆ ਸਾਡੇ ਫੋਨੋਂ ਦੇ ਵਿੱਚ, ਆਪਣੇ ਪੱਖ ਦੇ ਵਿੱਚ। ਤੇ ਸਾਡੇ ਸੂਤਰਾਂ ਮੁਤਾਬਕ ਉਹ ਜਿਹੜੇ ਅਫਸਰ ਜਾਂ ਅਧਿਕਾਰੀ ਸਨ, ਉਹ ਕਦੇ ਜਸਦੀਪ ਸਿੰਘ ਦੇ ਖਾਸਮ ਖਾਸ ਵੀ ਰਹੇ ਨੇ। ਇਤਫਾਕਨ 3 ਪਰਚੇ ਰੱਦ ਕਰਨ ਵਾਲੇ ਜੱਜ ਸਾਹਿਬਾਨਾਂ ਦੇ ਵਿੱਚੋਂ ਇੱਕ ਜੱਜ ਸਾਹਿਬ ਜਸਦੀਪ ਸਿੰਘ ਦੇ ਕਰੀਬੀ ਦੋਸਤ ਦੇ ਸਗੇ ਭਰਾ ਦੀ ਸੈਕਟਰ 60 ਸਥਿਤ ਇੱਕ ਕਨਾਲ ਦੀ ਕੋਠੀ ਦੀ ਪਹਿਲੀ ਮੰਜ਼ਲ ਤੇ ਵੀ ਰਹਿੰਦੇ ਨੇ। ਪਰ ਕੋਈ ਇਹ ਨਾ ਸਮਝੇ ਕਿ ਅਸੀਂ ਕੋਈ ਇਲਜ਼ਾਮ ਲਗਾ ਰਹੇ ਹਾਂ, ਇਸ ਨੂੰ ਮਹਿਜ਼ ਇੱਕ ਇਤਫਾਕ ਹੀ ਸਮਝਿਆ ਜਾਵੇ। ਵੈਸੇ ਇਹ ਇਤਫਾਕ ਬਹੁਤ ਵੱਡਾ ਹੈ, ਪਰ ਇਸ ਤੋਂ ਇਲਾਵਾ ਵੀ ਹੋਰ ਕਈ ਇਤਫਾਕ ਨੇ ਜੋ ਪਲਾਟ ਨੰਬਰ A28 ਫੇਜ਼ 7 ਫੋਕਲ ਪੁਆਇੰਟ ਮੋਹਾਲੀ ਅਤੇ ਪਲਾਟ ਨੰਬਰ B74 ਫੇਜ਼ 7 ਫੋਕਲ ਪੁਆਇੰਟ ਮੋਹਾਲੀ ਦੇ ਨਾਲ ਜੁੜੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਅਗਲੀ ਰਿਪੋਰਟ ਦੇ ਵਿੱਚ ਅਸੀਂ ਦੱਸਾਂਗੇ। ਇਸ ਤੋਂ ਇਲਾਵਾ ਹੋਰ ਵੀ ਕਈ ਇਤਫਾਕ ਹਨ ਜੋ ਹੋਰ ਕਈ ਪਲਾਟਾਂ ਦੇ ਨਾਲ ਜੁੜੇ ਹਨ, ਜੋ ਪਲਾਟ ਇਤਫਾਕਨ ਜਸਦੀਪ ਸਿੰਘ ਦੇ ਰਿਸ਼ਤੇਦਾਰਾਂ ਦੇ ਨਾਲ ਵੀ ਜੁੜੇ ਹਨ। ਉਸ ਬਾਰੇ ਤੱਥਾਂ ਦੇ ਨਾਲ ਤੁਹਾਨੂੰ ਦੱਸਾਂਗੀ, ਪਰ ਅਗਲੀ ਰਿਪੋਰਟ ਦੇ ਵਿੱਚ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ।